ਹੈਲੋ ਗੁੱਡ ਗੁੱਡ ਈਵਨਿੰਗ। ਸੋ ਅੱਜ ਦੀ ਇਹ ਸਾਡੀ ਚੌਥੀ ਵੀਡੀਓ ਆ ਸਾਡੇ ਚੈਨਲ 'ਤੇ। ਟੋਟਲ 4 ਵੀਡੀਓ ਹੋ ਜਾਣਗੀਆਂ ਇਸ ਤੋਂ ਬਾਅਦ, ਅਤੇ ਕਾਫੀ ਅੱਛਾ ਰਿਸਪੌਂਸ ਆ ਰਿਹਾ, ਬਟ ਕਮੈਂਟਸ ਵਾਲੀ ਥੋੜ੍ਹੀ ਕਮੀ ਆ, ਤਾਂ ਪਲੀਜ਼ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਕਿੱਥੇ ਕਮੀ ਆ ਅਤੇ ਕਿੱਥੇ ਇੰਪਰੂਵਮੈਂਟ ਦੀ ਜਾਂ ਹੋਰ ਜ਼ਿਆਦਾ ਲੋੜ ਆ। 3 ਵੀਡੀਓ ਪੋਲਿਟੀ ਦੇ ਉੱਪਰ ਆ ਚੁੱਕੀਆਂ ਨੇ। ਉਹ ਕੋਰਸ ਇਵੇਂ ਦੀ ਇਵੇਂ ਕੰਟੀਨਿਊ ਰਹੂਗਾ, ਬਟ ਅੱਜ ਅਸੀਂ ਇੱਕ ਨਵਾਂ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬ ਜੀਕੇ 'ਤੇ। ਸਭ ਤੋਂ ਪਹਿਲਾਂ ਤਾਂ ਜੋ ਕੱਲ੍ਹ ਤੋਂ ਅਫਵਾਹ ਉੱਡ ਰਹੀ ਸੀਗੀ ਕਿ ਪਟਵਾਰੀ ਕੈਂਸਲ ਹੈ ਜਾਂ ਨਹੀਂ ਹੈ, ਪੋਸਟਪੋਨ ਹੋ ਗਿਆ, ਕਿੰਨੇ ਦਿਨਾਂ ਲਈ ਪੋਸਟਪੋਨ ਹੋ ਗਿਆ, ਤਾਂ ਉਹਨਾਂ ਨੇ ਅੱਜ ਓਫੀਸ਼ੀਅਲ ਨੋਟੀਫਿਕੇਸ਼ਨ ਆ ਗਈ। ਉਹਦੀ ਵੀ ਮੈਂ ਅਟੈਚਮੈਂਟ ਦਿੱਤੀ ਹੈ ਇਸ ਉੱਪਰ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਉਹ 2 ਮਈ 2021 ਨੂੰ ਹੋਣ ਵਾਲਾ ਪੇਪਰ ਹਾਲ ਦੀ ਘੜੀ ਟਾਲ ਦਿੱਤਾ ਗਿਆ ਡਿਊ ਟੂ ਕੋਵਿਡ-19। ਤਾਂ ਜਿਨ੍ਹਾਂ ਨੇ ਵੀ ਤਿਆਰੀ ਕਰ ਰੱਖੀ ਸੀ ਉਹਨਾਂ ਨੇ ਤਿਆਰੀ ਛੱਡਣੀ ਨਹੀਂ, ਅਤੇ ਜਿਨ੍ਹਾਂ ਦੀ ਪ੍ਰੈਪਰੇਸ਼ਨ 'ਚ ਕੁਛ ਕਮੀਆਂ ਨੇ ਤਾਂ ਉਹਨਾਂ ਲਈ ਇਹ ਗੋਲਡਨ ਚਾਂਸ ਆ ਆਪਦੀਆਂ ਕਮੀਆਂ ਨੂੰ ਇੰਪਰੂਵਮੈਂਟ ਕਰਨ ਦਾ। ਪੇਪਰ ਹੋਏਗਾ, ਜ਼ਰੂਰ ਹੋਏਗਾ। ਇਸ ਦੇ ਰਿਲੇਟਡ ਹੁਣ ਅਸੀਂ ਜੋ ਪੰਜਾਬ ਜੀਕੇ ਅਸੀਂ ਕਰਵਾਵਾਂਗੇ ਉਹ ਸਿਰਫ ਇਸ ਪੇਪਰ ਲਈ ਨਹੀਂ, ਉਹ ਜਿੰਨੇ ਵੀ ਪੇਪਰ ਪੰਜਾਬ 'ਚ ਅੱਗੇ ਆਉਣਗੇ ਉਹ ਸਾਰਿਆਂ ਲਈ ਇਨਫ ਹੋਏਗੀ। ਚਲੋ ਜੀ ਅਸੀਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਇਹ ਮੈਪ ਆਗਾ, ਇਹ ਪੰਜਾਬ ਦਾ ਮੈਪ ਆ ਜੋ 1966 ਤੋਂ ਬਾਅਦ ਦਾ। ਠੀਕ ਹੈ, 1966 'ਚ ਸ਼ਾਹ ਕਮਿਸ਼ਨ ਦੀ ਰਿਕਮੈਂਡੇਸ਼ਨ 'ਤੇ ਪੰਜਾਬ ਦੀ ਵੰਡ ਕਰ ਦਿੱਤੀ ਗਈ ਸੀ। ਪੰਜਾਬ 'ਚੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਿਕਲਿਆ ਸੀ ਜਦੋਂ ਐਜ਼ ਏ ਯੂਟੀ ਸੀ, ਪਰ ਬਾਅਦ 'ਚ ਉਹਨੂੰ ਸਟੇਟ ਬਣਾ ਦਿੱਤਾ ਗਿਆ। ਇਸ ਦੇ ਬਾਰੇ ਆਪਾਂ ਜਦੋਂ ਐਡਮਿਨਿਸਟ੍ਰੇਸ਼ਨ ਆਫ ਪੰਜਾਬ ਕਰਾਂਗੇ ਜਾਂ ਪੰਜਾਬ ਦੇ ਜਿਓਗ੍ਰਾਫੀਕਲੀ ਕਰਾਂਗੇ ਤਾਂ ਉਸ ਬਾਰੇ ਦੱਸਾਂਗੇ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਵੀ ਵਾਟ ਇਜ਼ ਪੰਜਾਬ। ਤਾਂ ਡਿਫਰੈਂਟ ਨੇ ਟਾਈਮਸ ਪੰਜਾਬ ਦੇ ਡਿਫਰੈਂਟ ਨੇਮਸ ਰਹੇ ਆ। ਤਾਂ ਜਦੋਂ ਵੀ ਆਪਾਂ ਕਿਸੇ ਵੀ ਸਟੇਟ ਬਾਰੇ ਪੜ੍ਹਦੇ ਹਾਂ ਤਾਂ ਆਪਾਂ ਨੂੰ ਪੜ੍ਹਨ ਦੇ 4 ਪ੍ਰੋਸਪੈਕਟ ਹੁੰਦੇ ਹੈਗੇ। ਉਸ ਸਟੇਟ ਦੀ ਜਿਓਗ੍ਰਾਫੀ ਕੀ ਆ, ਉਸ ਸਟੇਟ ਦੀ ਹਿਸਟਰੀ ਕੀ ਆ, ਉਸ ਸਟੇਟ ਦਾ ਕਲਚਰ ਕਿੱਦਾਂ ਗਾ, ਅਤੇ ਉਸ ਸਟੇਟ ਦਾ ਐਡਮਿਨਿਸਟ੍ਰੇਸ਼ਨ ਕਿੱਦਾਂ ਦੀ ਆ, ਮਤਲਬ ਜਿਵੇਂ ਡਿਵੀਜ਼ਨਾਂ ਹੁੰਦੀਆਂ ਨੇ ਉਸ ਟਾਈਪ ਕਿੰਨੀਆਂ ਚੀਜ਼ਾਂ ਨੇ। ਆਲ ਨੋਟਸ ਸਾਰੇ ਇੰਗਲਿਸ਼ 'ਚ ਨੇ, ਠੀਕ ਹੈ, ਬਟ ਤੁਹਾਨੂੰ ਫੁੱਲ ਐਕਸਪਲੇਨੇਸ਼ਨ ਪੰਜਾਬੀ 'ਚ ਕੀਤੀ ਜਾਊਗੀ। ਈਚ ਐਂਡ ਐਵਰੀ ਲਾਈਨ, ਠੀਕ ਹੈ, ਹਰ ਸਿੰਗਲ ਲਾਈਨ ਤੁਹਾਨੂੰ ਪੰਜਾਬੀ 'ਚ ਦੱਸੀ ਜਾਊਗੀ। ਤਾਂ ਸਭ ਤੋਂ ਪਹਿਲਾਂ ਸੀਗੇ ਨੇਮਸ ਆਫ ਪੰਜਾਬ ਡਿਫਰੈਂਟ ਟਾਈਮਸ, ਠੀਕ ਹੈ। ਤਾਂ ਵੈਦਿਕ ਏਜ ਤੋਂ ਚੱਲਦੇ ਹਾਂ ਤਾਂ ਜੋ ਹੁਣ 1966 ਵਾਲਾ ਪੰਜਾਬ ਆ, ਠੀਕ ਹੈ, ਉਸ ਤੱਕ ਆਵਾਂਗੇ ਆਪਾਂ ਵੀ ਕਿਵੇਂ ਕਿਵੇਂ ਉਹਦੇ ਨੇਮ ਚੇਂਜ ਹੁੰਦੇ ਰਹੇ। ਤਾਂ ਸਭ ਤੋਂ ਪਹਿਲਾਂ ਵਾਲੀ ਚੀਜ਼ ਦੇਖਣੀ ਹੈ ਤੁਸੀਂ ਵੀ ਵੈਦਿਕ ਏਜ 'ਚ ਇਹਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। ਸਪਤ ਸਿੰਧੂ ਮਤਲਬ 7 ਰਿਵਰਸ ਦਾ ਦੇਸ਼, ਠੀਕ ਹੈ। 5 ਆਪਣੀਆਂ ਉਹੀ ਨਦੀਆਂ ਹੋ ਗਈਆਂ, ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ। ਬਟ ਉਦੋਂ 2 ਹੋਰ ਵੀ ਸੀਗੀਆਂ ਜਿਨ੍ਹਾਂ ਨੂੰ ਆਪਾਂ ਸਰਸਵਤੀ ਅਤੇ ਸਿੰਧੂ ਕਹਿੰਦੇ ਹਾਂ, ਠੀਕ ਹੈ। ਪਰ ਬਾਅਦ 'ਚੋਂ ਕੀ ਹੋ ਗਿਆ, ਫਿਰ 5 ਰਹਿ ਗਈਆਂ। ਫਿਰ ਗਰੀਕਸ ਆਏ ਨੇ, ਗਰੀਕਸ ਨੇ ਇਹਨੂੰ ਨੇਮ ਦਿੱਤਾ ਗਾ ਪੈਂਟੋਪਟਾਮੀਆ। ਫਿਰ ਇੱਕ ਚੀਨੀ ਯਾਤਰੀ ਹਿਊਨ ਸ਼ੈਂਗ ਆਇਆ ਸੀ, ਉਹਨੇ ਇਹਨੂੰ ਨੇਮ ਦਿੱਤਾ ਸੀਗਾ ਸ਼ੇਕੀਆ ਦਾ, ਠੀਕ ਹੈ। ਤਾਂ ਇਹ ਵੀ ਨੋਟ ਕਰ ਲਿਓ ਵੀ ਸ਼ੇਕੀਆ ਪੰਜਾਬ ਨੂੰ ਨੇਮਿੰਗ ਕਿਹਨੇ ਦਿੱਤੀ ਆ, ਹਿਊਨ ਸ਼ੈਂਗ। ਇੱਕ ਹੋਰ ਟਰੈਵਲਰ ਆਇਆ ਸੀਗਾ ਇਬਨ ਬਤੂਤਾ, ਠੀਕ ਹੈ। ਤਾਂ ਉਹਨੇ ਉਹਦੇ ਜਿਹੜੀਆਂ ਲਿਖਤਾਂ ਨੇ, ਠੀਕ ਹੈ, ਉਹਦੇ ਵਿੱਚ ਵੀ ਸਰਹੰਦ ਸ਼ਹਿਰ ਦਾ ਜ਼ਿਕਰ ਆਉਂਦਾ ਗਾ। ਤਾਂ ਇਹ ਸੀਗੀ ਬੇਸਿਕ ਨੇਮਿੰਗ, ਠੀਕ ਹੈ, ਵੀ ਪੰਜਾਬ ਦਾ, ਕਿਉਂਕਿ ਪੰਜਾਬ ਦੀਆਂ ਹੱਦਾਂ ਅਤੇ ਨੇਮਿੰਗ ਡਿਫਰੈਂਟ ਟਾਈਮ 'ਚ ਡਿਫਰੈਂਟ ਤਰੀਕੇ ਨਾਲ ਚੇਂਜ ਹੁੰਦੀ ਰਹੀ ਆ। ਅਤੇ ਬਾਊਂਡਰੀਜ਼ ਆਫ ਪੰਜਾਬ ਡਿਫਰੈਂਟ ਟਾਈਮਸ ਕੀ ਨੇ, ਜੇ ਹੁਣ ਅਕੋਰਡਿੰਗ ਟੂ ਰਿਗਵੇਦਾ ਦੇਖੀਏ, ਠੀਕ ਹੈ, ਇਨ ਆਲ ਡਾਇਰੈਕਸ਼ਨਸ ਕਵਰਡ ਬਾਏ 7 ਰਿਵਰਸ, ਠੀਕ ਹੈ। ਜਿੰਨੀਆਂ ਦਿਸ਼ਾਵਾਂ 'ਚ 7 ਰਿਵਰਾਂ ਨੇ ਕਵਰ ਕੀਤਾ ਹੋਇਆ ਸੀਗਾ। ਇਹ ਰਿਗਵੇਦ ਦੇ ਹਿਸਾਬ ਨਾਲ ਉਹ ਏਰੀਆ ਕੀ ਆ, ਉਹ ਪੰਜਾਬ ਨੂੰ ਬਿਲੋਂਗ ਕਰਦਾ ਸੀਗਾ। ਫਿਰ ਉਸ ਤੋਂ ਬਾਅਦ ਆ ਗਏ ਮੌਰੀਅਨ ਅਤੇ ਕੁਸ਼ਾਣ ਆ ਗਿਆ। ਤਾਂ ਵੈਸਟਰਨ ਆਫ ਬਾਊਂਡਰੀ ਆ ਉਹ ਕੀ ਕਹਿੰਦੇ ਸੀਗੇ, ਹਿੰਦੂ ਕੁਸ਼ ਮਾਊਂਟੇਨ ਰੇਂਜ, ਠੀਕ ਹੈ, ਜਿਹੜੀ ਹਿੰਦੂ ਕੁਸ਼ ਮਾਊਂਟੇਨ ਰੇਂਜ ਆ ਉੱਥੋਂ ਤੱਕ ਟੱਚ ਕਰਦੀ ਸੀ। ਉਸ ਤੋਂ ਬਾਅਦ ਦਿੱਲੀ ਸਲਤਨਤ, ਜਦੋਂ ਆਪਾਂ ਮੈਡੀਵਲ ਹਿਸਟਰੀ ਪੜ੍ਹਦੇ ਹਾਂ ਤਾਂ ਉਸ 'ਚ ਆਪਾਂ ਡਿਟੇਲ 'ਚ ਪੜ੍ਹਾਂਗੇ ਦਿੱਲੀ ਸਲਤਨਤ ਬਾਰੇ, ਦਿੱਲੀ ਸਲਤਨਤ ਅਤੇ ਮੁਗਲ ਟਾਈਮਸ ਬਾਰੇ। ਤਾਂ ਉਹ ਕੀ ਕਹਿੰਦੇ ਸੀ, ਪੰਜਾਬ ਟੱਚ ਲਾਹੌਰ ਐਂਡ ਪੇਸ਼ਾਵਰ, ਮਤਲਬ ਕਿ ਪੰਜਾਬ ਦੇ ਹੀ ਪਾਰਟ ਨੇ ਇਹ ਦੋ, ਲਾਹੌਰ ਅਤੇ ਪੇਸ਼ਾਵਰ। ਮੁਗਲ ਟਾਈਮ 'ਚ ਪੰਜਾਬ ਨੂੰ 2 ਹਿੱਸਿਆਂ 'ਚ ਵੰਡਿਆ ਹੋਇਆ ਸੀਗਾ, ਲਾਹੌਰ ਐਂਡ ਮੁਲਤਾਨ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ ਵੀ ਕੀ ਸੀਗਾ, ਜਿਹੜੀ ਪੰਜਾਬ ਦੀ ਬਾਊਂਡਰੀ ਆ ਉਹ ਸਤਲੁਜ ਨੂੰ ਟੱਚ ਕਰਦੀ ਸੀ, ਅਤੇ ਵੈਸਟਰਨ ਬਾਊਂਡਰੀ ਆ ਖੈਬਰ ਪਾਸ। ਤਾਂ ਤੁਸੀਂ ਮੈਨੂੰ ਕਮੈਂਟ 'ਚ ਦੱਸੋਗੇ ਵੀ ਖੈਬਰ ਪਾਸ ਕਿੱਥੇ ਆ, ਠੀਕ ਹੈ। ਸਾਨੂੰ ਵੇਟ ਰਹੂਗੀ ਤੁਹਾਡੇ ਕਮੈਂਟਸ ਦੀ ਕਿ ਖੈਬਰ ਪਾਸ ਕਿੱਥੇ ਆ, ਕਿਸ ਕੰਟਰੀ 'ਚ ਆ, ਜੋ ਕਿਸ ਕੰਟਰੀ ਦੀਆਂ ਡਿਵਾਈਡ ਨੂੰ ਉਹ ਸ਼ੋਅ ਕਰਦਾ ਇਹ।
ਜੀ ਹਾਂਜੀ, ਜਦੋਂ ਆਫਟਰ ਰਿਵੋਲਟ ਆਫ 1857, ਜਦੋਂ 1857 ਦਾ ਰਿਵੋਲਟ ਹੋਇਆ ਤਾਂ ਉਦੋਂ ਪੰਜਾਬ ਦੀ ਬਾਉਂਡਰੀ ਸੀ ਜਿਹੜੀ ਉਹ ਦਿੱਲੀ ਤੱਕ ਟੱਚ ਕਰਦੀ ਸੀ। ਦਿੱਲੀ ਵੀ ਪੰਜਾਬ ਦਾ ਹਿੱਸਾ ਹੁੰਦਾ ਸੀ, ਬਟ 1901 'ਚ 1901 ਤੱਕ ਜੋ ਦਿੱਲੀ ਆ ਉਹ ਵੀ ਪੰਜਾਬ ਦਾ ਹਿੱਸਾ ਸੀ, ਅਤੇ ਜੋ ਪੱਛਮੀ ਅਤੇ ਪੂਰਬੀ ਪੰਜਾਬ ਨੇ ਉਹ ਦੋਨੋਂ ਆਪਸ 'ਚ ਜੁੜੇ ਹੋਏ ਸੀ। ਬਟ 1901 'ਚ ਕੀ ਕੀਤਾ ਗਿਆ, ਲਾਰਡ ਕਰਜ਼ਨ ਨੇ ਇੱਕ ਨਵੀਂ ਸਟੇਟ ਬਣਾਤੀ ਜਿਹਨੂੰ ਨਾਰਥ ਵੈਸਟਰਨ ਫਰੰਟੀਅਰ ਪ੍ਰੋਵਿੰਸ, ਠੀਕ ਹੈ, ਉੱਤਰ ਪੱਛਮੀ ਪੰਜਾਬ ਕਹਿੰਦੇ ਆ ਜਿਹਨੂੰ, ਉੱਤਰ ਪੱਛਮੀ ਸਰਹੱਦੀ ਸੂਬਾ ਹੁੰਦਾ ਜੋ, ਠੀਕ ਹੈ, ਉਹ ਬਣਾ ਦਿੱਤਾ ਗਿਆ 1901 'ਚ। ਅਤੇ ਉਦੋਂ ਤੱਕ ਦਿੱਲੀ ਵੀ ਪੰਜਾਬ ਦਾ ਹੀ ਪਾਰਟ ਹੁੰਦਾ ਸੀ। ਬਟ 1911 'ਚ ਵਾਇਸਰਾਏ ਸੀਗਾ ਜਿਹੜਾ ਲਾਰਡ ਹਾਰਡਿੰਗ, ਉਹਨੇ ਦਿੱਲੀ ਨੂੰ ਇੰਡੀਆ ਦੀ ਕੈਪੀਟਲ ਬਣਾਤਾ ਅਤੇ ਪੰਜਾਬ ਨੂੰ ਉਸ ਤੋਂ ਅੱਡ ਕਰਤਾ, ਜਾਂ ਪੰਜਾਬ ਨੂੰ ਦਿੱਲੀ ਨਾਲੋਂ ਅੱਡ ਕਰਤਾ, ਜਾਂ ਕਹਿ ਲਓ ਵੀ ਪੰਜਾਬ ਦਿੱਲੀ ਨੂੰ ਅੱਡ ਹੋ ਗਿਆ। ਅਤੇ ਉਸ ਤੋਂ ਬਾਅਦ ਪੰਜਾਬ ਦੀਆਂ ਹੋਰ ਵੀ ਵੰਡਾਂ ਹੁੰਦੀਆਂ ਗਈਆਂ। 1947 'ਚ ਵੰਡ ਹੋਈ ਪੰਜਾਬ ਦੀ, ਉਸ ਤੋਂ ਬਾਅਦ 1956 'ਚ ਵੀ ਪੰਜਾਬ ਦੀ ਵੰਡ ਹੋਈ ਆ, ਅਤੇ ਲਾਸਟ ਵੰਡ ਹੋਈ ਹੈ ਜੋ ਪੰਜਾਬ ਦੀ ਉਹ 1966 'ਚ ਹੋਈ ਆ। 1947 'ਚ ਰੈੱਡ ਕਲਿਫ ਲਾਈਨ ਲੰਘੀ ਆ ਇੰਡੀਆ ਅਤੇ ਪਾਕਿਸਤਾਨ ਵਿਚਾਲੇ, ਜਿਹਨੇ ਪਾਕਿਸਤਾਨ ਨੂੰ ਇੱਕ ਨਵੇਂ ਮੁਲਕ ਨੂੰ ਜਨਮ ਦਿੱਤਾ। ਬਟ ਉਹਦੇ 'ਚ ਸਭ ਤੋਂ ਵੱਡੀ ਵੰਡ ਕੀਤੀ ਸੀ ਪੰਜਾਬ, ਕਿਉਂਕਿ ਸਾਰੇ ਦਾ ਸਾਰਾ ਪੰਜਾਬ ਹੀ ਵੰਡਿਆ ਗਿਆ ਦੋ ਹਿੱਸਿਆਂ 'ਚ। ਦੋ ਦਰਿਆ ਚਨਾਬ ਅਤੇ ਜੇਹਲਮ ਪਾਕਿਸਤਾਨ ਨੂੰ ਦਿੱਤੇ ਗਏ, ਅਤੇ ਦੋ ਦਰਿਆ ਸਤਲੁਜ ਅਤੇ ਬਿਆਸ ਉਹ ਪੰਜਾਬ ਦੇ ਹਿੱਸੇ ਆ ਗਏ, ਅਤੇ ਜੋ ਰਾਵੀ ਦਰਿਆ ਗਾ ਉਹ ਅੱਧਾ ਰਹਿ ਗਿਆ, ਠੀਕ ਆ, ਅੱਧਾ ਪੰਜਾਬ 'ਚ ਆ, ਅਤੇ ਫਰੋਮ ਪੰਜਾਬ ਟੂ ਇਹ ਪਾਕਿਸਤਾਨ ਨੂੰ ਟਰੈਵਲ ਕਰ ਜਾਂਦਾ। 1956 'ਚ ਇੱਕ ਕਮਿਸ਼ਨ ਬੈਠਿਆ ਸੀ 1953 'ਚ, ਜਿਹਨੂੰ ਫਜ਼ਲ ਅਲੀ ਕਮਿਸ਼ਨ ਬੋਲਦੇ ਆ, ਅਤੇ ਉਹਨੇ ਰਿਕਮੈਂਡ ਕੀਤਾ ਸੀਗਾ ਵੀ ਜਿੰਨੀਆਂ ਵੀ ਰਾਜਾਸ਼ਾਹੀ ਰਿਆਸਤਾਂ ਨੇ ਉਹਨਾਂ ਨੂੰ ਭੰਗ ਕਰਕੇ ਮਰਜ ਕਰ ਲਿਆ ਜਾਵੇ। ਤਾਂ ਉਸ ਬੇਸਿਸ 'ਤੇ 1956 'ਚ ਪੈਪਸੂ ਨੂੰ ਪੰਜਾਬ ਵਿੱਚ ਮਰਜ ਕਰ ਲਿਆ ਗਿਆ, ਠੀਕ ਹੈ। ਉਹਦੇ 'ਚ 8 ਪ੍ਰਿੰਸਲੀ ਸਟੇਟਾਂ ਸੀਗੀਆਂ, ਜਿਨ੍ਹਾਂ 'ਚ ਕੈਪੀਟਲ ਸੀਗੀ ਉਹਨਾਂ ਦੀ ਪਟਿਆਲਾ ਪੈਪਸੂ ਦੀ, ਸਭ ਤੋਂ ਓਲਡੈਸਟ ਸੀਗੀ ਨਾਲਾਗੜ੍ਹ, ਅਤੇ ਮੁਸਲਿਮ ਸਟੇਟ ਸੀਗਾ ਮਲੇਰਕੋਟਲਾ, ਠੀਕ ਹੈ। ਅਤੇ ਇਸ ਦੇ ਨਾਲ ਇੱਕ ਅੱਜ ਦਾ ਹੋਰ ਕਰੰਟ ਸੁਣ ਲਓ ਕਿ ਅੱਜ ਓਫੀਸ਼ੀਅਲੀ ਇਹ ਐਲਾਨ ਹੋ ਚੁੱਕਿਆ ਕਿ ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਹੋਏਗਾ। 15/5/2021 ਨੂੰ ਓਫੀਸ਼ੀਅਲੀ ਈਦ 'ਤੇ ਉਹਨੂੰ ਬਣਾ ਦਿੱਤਾ ਜਾਵੇਗਾ। ਤਾਂ ਹੁਣ ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਹੋਊਗਾ, ਅਤੇ ਹੁਣ ਤੋਂ ਬਾਅਦ ਫਿਰ ਪੰਜਾਬ 'ਚ 22 ਨਹੀਂ 23 ਜ਼ਿਲ੍ਹੇ ਕਾਊਂਟ ਹੋਣਗੇ। ਇਹਨੂੰ ਕਾਰਵ ਆਊਟ ਕਿੱਥੋਂ ਕੀਤਾ ਗਿਆ ਹੈਗਾ, ਕਾਰਵਿੰਗ ਆਊਟ ਇਹਦੇ ਕੀਤੀ ਗਈ ਆ ਸੰਗਰੂਰ ਡਿਸਟ੍ਰਿਕਟ 'ਚੋਂ, ਬਿਕੋਜ਼ ਇਹ ਪਹਿਲਾਂ ਸੰਗਰੂਰ ਡਿਸਟ੍ਰਿਕਟ ਦਾ ਪਾਰਟ ਸੀ। 1966 'ਚ ਲਾਸਟ ਟਾਈਮ ਜਦੋਂ ਪੰਜਾਬ ਟਰਾਈਫਿਕੇਟਡ ਕੀਤਾ ਗਿਆ ਤਾਂ ਉਦੋਂ ਇਹਦੇ 3 ਪਾਰਟ ਬਣਾ ਦਿੱਤੇ ਗਏ, ਪੰਜਾਬ, ਹਰਿਆਣਾ ਐਂਡ ਹਿਮਾਚਲ। ਜੋ ਪੰਜਾਬੀ ਬੋਲਦੇ ਇਲਾਕੇ ਆ ਉਹਨਾਂ ਨੂੰ ਪੰਜਾਬ ਬਣਾ ਦਿੱਤਾ ਗਿਆ। ਜਿਹੜੇ ਹਿੰਦੀ ਡਾਇਲੈਕਟ ਮੀਨਜ਼ ਉਸ ਟਾਈਪ ਦਾ ਬੋਲਦੇ, ਜਿਵੇਂ ਮਾਝਾ ਮਾਲਵਾ ਅਤੇ ਦੁਆਬੀ ਦੀ ਬੋਲਣ 'ਚ ਫਰਕ ਆ, ਉਵੇਂ ਹਰਿਆਣਵੀ ਡਾਇਲੈਕਟ 'ਚ ਵੀ ਪੰਜਾਬ ਨਾਲੋਂ ਬੋਲਣ 'ਚ ਫਰਕ ਸੀਗਾ। ਜੋ ਹਿੰਦੀ ਭਾਸ਼ਾ ਬੋਲਦੇ ਸੀਗੇ ਤਾਂ ਉਹਨਾਂ ਨੂੰ ਹਰਿਆਣਾ ਬਣਾ ਦਿੱਤਾ ਗਿਆ, ਅਤੇ ਜੋ ਪਹਾੜੀ ਇਲਾਕੇ ਸੀ ਪੰਜਾਬ ਦੇ ਉਹਨਾਂ ਨੂੰ ਹਿਮਾਚਲ ਟਰਾਂਸਫਰ ਕੀਤਾ ਗਿਆ। 1966 'ਚ ਇਹ ਗੱਲ ਯਾਦ ਰੱਖਣੀ ਆ ਕਿ 1966 'ਚ ਜਦੋਂ ਵੰਡ ਹੋਈ ਆ ਹਿਮਾਚਲ ਨੂੰ ਐਜ਼ ਏ ਯੂਟੀ ਹੀ ਬਣਾਇਆ ਗਿਆ ਸੀ, ਬਟ 1971 'ਚ ਆ ਕੇ ਇਹਨੂੰ ਫੁੱਲ ਫਲੈਜ ਸਟੇਟ ਦਾ ਦਰਜਾ ਦੇ ਦਿੱਤਾ ਗਿਆ। ਤਾਂ ਹਿਮਾਚਲ ਇੰਡੀਆ ਦੀ ਕਿੰਨਵੀਂ ਸਟੇਟ ਆ, ਫਾਰਮੇਸ਼ਨ ਦੇ ਆਧਾਰ 'ਤੇ ਇੰਡੀਆ ਦੀ ਕਿੰਨਵੀਂ ਸਟੇਟ ਬਣੀ ਸੀ, ਪਲੀਜ਼ ਇਸ ਦੇ ਰਿਗਾਰਡਿੰਗ ਤੁਸੀਂ ਸਾਨੂੰ ਕਮੈਂਟ ਕਰੋ, ਠੀਕ ਹੈ, ਕਿ ਹਿਮਾਚਲ ਇੰਡੀਆ ਦੀ ਕਿੰਨਵੀਂ ਸਟੇਟ ਬਣੀ ਸੀ। ਅੱਗੇ ਹੈਗੀ ਜੀ ਡਿਫਰੈਂਟ ਦੁਆਬਸ ਆਫ ਪੰਜਾਬ। ਦੋਆਬ, ਠੀਕ ਹੈ, ਦੋਆਬ ਮਤਲਬ ਹੁੰਦਾ ਦੋ ਪਾਣੀਆਂ ਵਿਚਾਲਾ ਜੋ ਵੀ ਏਰੀਆ ਹੁੰਦਾ, ਠੀਕ ਹੈ। ਤਾਂ ਪੰਜਾਬ 'ਚ ਮੇਨਲੀ 5 ਦੁਆਬ ਨੇ, ਠੀਕ ਹੈ। ਅੱਜ ਦੇ ਨਹੀਂ, ਜੋ ਪਹਿਲਾਂ ਦਾ ਪੰਜਾਬ ਸੀਗਾ, ਬਿਟਵੀਨ 2 ਰਿਵਰਸ ਐਨੀਵੇਅਰ ਕਾਲਡ ਦੁਆਬ ਰੀਜਨ, ਠੀਕ ਹੈ। ਫਸਟਲੀ ਜੋ ਯੂਜ਼ ਕੀਤਾ ਸੀ ਇੱਕ ਮੁਹੰਮਦ ਬਿਨ ਤੁਗਲਕ ਨੇ, ਅਤੇ ਅਕਬਰ ਦੇ ਟਾਈਮ 'ਚ ਹੀ ਪੰਜਾਬ ਜੋ ਦੁਆਬ ਆ ਓਰੀਜਨ ਉਹ ਮੇਨਲੀ ਕਿਹਾ ਜਾਣ ਲੱਗਿਆ ਅਕਬਰ ਦੇ ਟਾਈਮ 'ਚ। ਅੱਗੇ ਹੈਗੇ ਜੀ ਜੋ ਮੇਨ ਦੁਆਬ ਨੇ ਆਪਣੇ, ਸਭ ਤੋਂ ਪਹਿਲਾਂ ਹੈਗਾ ਦੁਆਬ ਸਿੰਧ ਸਾਗਰ, ਠੀਕ ਹੈ। ਇਹ ਕਿਹਦੇ ਵਿਚਾਲੇ ਆ, ਇਹੀ ਇੰਪੋਰਟੈਂਟ ਹੈ ਜੀ। 2 ਰਿਵਰ ਸਿੰਧ ਅਤੇ ਜੇਹਲਮ, ਇਹਨੂੰ ਦੁਆਬ ਸਿੰਘ ਸਾਗਰ ਕਹਿੰਦੇ ਆ। ਸ਼੍ਰੀਨਗਰ ਸਿਟੀ ਹੈ ਜਿਹੜੀ ਉਹ ਔਨ ਦੀ ਬੈਂਕ ਆਫ ਜੇਹਲਮ ਆ। ਅੱਗੇ ਹੈਗੀ ਜੀ ਦੁਆਬ ਚੱਜ, ਠੀਕ ਹੈ। ਜੋ ਇਹਨਾਂ ਦੇ ਨੇਮਿੰਗ ਤੋਂ ਹੀ ਪਤਾ ਚੱਲਦਾ, ਚੱਜ
ਠੀਕ ਹੈ। ਚਨਾਬ ਅਤੇ ਜੇਹਲਮ ਦੋਨਾਂ ਦੇ ਮੇਲ ਤੋਂ ਵਰਡ ਬਣਿਆ ਚੱਜ, ਠੀਕ ਹੈ। ਇਹ ਵੀ ਅੱਜ ਕੱਲ੍ਹ ਪਾਕਿਸਤਾਨ 'ਚ ਹੀ ਹੈ। ਥਰਡ ਹੈ ਜੀ ਰਚਨਾ ਦੁਆਬ, ਬਿਟਵੀਨ ਰਿਵਰ ਰਾਵੀ ਐਂਡ ਚਨਾਬ। ਚੌਥਾ ਜੀ ਦੁਆਬ ਬਾਰੀ, ਠੀਕ, ਬਾਰੀ ਦੁਆਬ ਆ ਜਿਹੜਾ ਬਿਆਸ ਐਂਡ ਰਾਵੀ, ਠੀਕ ਹੈ। ਅੱਗੇ ਆ ਗਿਆ ਜੀ ਬਿਆਸ ਐਂਡ ਰਾਵੀ, ਇਹ ਆ ਗਿਆ ਜੀ ਅੰਮ੍ਰਿਤਸਰ ਵਾਲਾ ਏਰੀਆ, ਜੋ ਅੰਮ੍ਰਿਤਸਰ ਆਉਂਦਾ ਗਾ ਉਹ, ਜਾਂ ਕਹਿ ਲਓ ਮਾਝਾ, ਮਾਝਾ ਏਰੀਆ ਜੋ ਉਹ ਦੁਆਬ ਬਾਰੀ ਹੀ ਦਾ ਹੀ ਪਾਰਟ ਆ। ਸਭ ਅੱਗੇ ਆ ਗਿਆ ਜੀ ਦੁਆਬ ਬਿਸਤ, ਜਿਹਨੂੰ ਜਲੰਧਰ ਦੁਆਬ ਵੀ ਕਹਿੰਦੇ ਆ। ਇਹ ਹੈਗਾ ਜੀ ਬਿਟਵੀਨ ਬਿਆਸ ਐਂਡ ਸਤਲੁਜ, ਮੋਸਟ ਫਰਟਾਈਲ ਲੈਂਡ ਆਫ ਦੀ ਮਾਡਰਨ ਪੰਜਾਬ। ਇਹ ਆਉਂਦਾ ਜੀ ਬਿਆਸ ਅਤੇ ਸਤਲੁਜ ਵਿਚਾਲੇ। ਅਤੇ ਸਭ ਤੋਂ ਮੇਨ ਰੀਜਨ ਜਿਸ 'ਚ ਸਭ ਤੋਂ ਲਾਰਜਰ ਪਾਰਟ ਕਵਰ ਕਰਦਾ ਪੰਜਾਬ ਦਾ ਉਹ ਆ ਜੀ ਮਾਲਵਾ ਰੀਜਨ। ਤਾਂ ਜਿਹੜਾ ਮਾਲਵਾ ਰੀਜਨ ਆਉਂਦਾ ਇਹ ਆਉਂਦਾ ਜੀ ਬਿਟਵੀਨ ਰਿਵਰ ਸਤਲੁਜ ਐਂਡ ਘੱਗਰ। ਅੱਗੇ ਜਿਹੜਾ ਰੀਜਨ ਆਉਂਦਾ ਜੀ ਘੱਗਰ ਐਂਡ ਯਮੁਨਾ ਵਿਚਾਲੇ, ਉਹ ਆਉਂਦਾ ਗਾ ਬਾਂਗਰ, ਉਹਨੂੰ ਅਸੀਂ ਬਾਂਗਰ ਕਹਿੰਦੇ ਹਾਂ। ਪੰਜਾਬ ਦਾ ਵੀ ਕੁਛ ਪਾਰਟ ਜਿਵੇਂ ਰਾਜਪੁਰਾ ਵਗੈਰਾ, ਅਤੇ ਕੁਰੂਕਸ਼ੇਤਰ, ਪਾਣੀਪਤ, ਰਾਜਪੁਰਾ, ਬਨੂੜ, ਇਹ ਵੀ ਕੀ ਨੇ, ਇਹ ਇਸ ਰੀਜਨ ਦੇ ਪਾਰਟ ਨੇ ਜਿਹਨੂੰ ਆਪਾਂ ਮੇਨਲੀ ਬਾਂਗਰ ਕਹਿੰਦੇ ਹਾਂ। ਤਾਂ ਇਹ ਸੀਗੇ ਤੁਹਾਡੇ ਸਾਰੇ ਜਵਾਬ। ਔਨ ਦੀ ਬੇਸਿਸ ਆਫ ਜਿਓਗ੍ਰਾਫੀ, ਜੋ ਜਿਓਗ੍ਰਾਫਿਕਲੀ ਪੰਜਾਬ ਦੇ 3 ਮੇਨ ਪਾਰਟ ਨੇ ਜੀ। ਸਭ ਤੋਂ ਹੈਗਾ ਪਹਿਲਾ ਹੈਗਾ ਮਾਝਾ, ਦੁਆਬਾ ਅਤੇ ਮਾਲਵਾ। ਮਾਝਾ 'ਚ 4 ਡਿਸਟ੍ਰਿਕਟ ਨੇ ਜੀ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨਤਾਰਨ। ਦੁਆਬਾ 'ਚ ਵੀ ਅੱਗੇ 4 ਡਿਸਟ੍ਰਿਕਟ ਨੇ, ਜਲੰਧਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ, ਜਿਹਨੂੰ ਆਪਾਂ ਨਵਾਂ ਸ਼ਹਿਰ ਵੀ ਕਹਿੰਦੇ ਹਾਂ। ਅਤੇ ਜੋ ਸਭ ਤੋਂ ਵੱਡਾ ਪਾਰਟ ਹੈ ਪੰਜਾਬ ਦਾ ਮਾਲਵਾ, ਮਾਲਵੇ 'ਚ ਆਉਂਦਾ ਜੀ 14 ਡਿਸਟ੍ਰਿਕਟ। ਅਤੇ ਇਹਨਾਂ ਦੀਆਂ ਅਸੀਂ ਛੋਟੀਆਂ ਜਿਹੀਆਂ ਟ੍ਰਿਕਸ ਬਣਾਈਆਂ ਨੇ ਯਾਦ ਕਰਨ ਲਈ। ਉਮੀਦ ਆ ਵੀ ਇਹਨਾਂ ਨੂੰ ਤੁਸੀਂ ਐਪਰੀਸ਼ੀਏਟ ਕਰੋਗੇ। ਜੇ ਤੁਹਾਨੂੰ ਵਧੀਆ ਲੱਗੀਆਂ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ, ਠੀਕ ਹੈ। ਅਤੇ ਕਮੈਂਟ 'ਚ ਦੱਸ ਦਿਓ ਵੀ ਇਸ ਤਰ੍ਹਾਂ ਦੀ ਟ੍ਰਿਕਸ ਤੁਸੀਂ ਹੋਰ ਚਾਹੁੰਦੇ ਹੋ। ਤਾਂ ਜੀ ਟ੍ਰਿਕਸ ਕਾਹਦੇ ਵਾਸਤੇ ਨੇ, ਮਾਝੇ ਵਾਸਤੇ ਟ੍ਰਿਕ ਬਣਾਈ ਹੈ ਜੀ ਗੱਪਾਂ ਦਾ ਅੰਤ, ਗੱਗੇ ਤੋਂ ਗੁਰਦਾਸਪੁਰ, ਪੱਪੇ ਤੋਂ ਪਠਾਨਕੋਟ ਜੀ, ਆੜੇ ਤੋਂ ਅੰਮ੍ਰਿਤਸਰ ਅਤੇ ਤੱਤੇ ਤੋਂ ਤਰਨਤਾਰਨ। ਅੱਗੇ ਹੈਗੇ ਜੀ ਦੁਆਬਾ। ਦੁਆਬਾ ਨੂੰ ਯਾਦ ਕਰਨ ਦੀ ਜੋ ਟ੍ਰਿਕ ਬਣਾਈ ਆ ਉਹ ਇਹ ਆ ਕਿ ਨਵਾਂ ਕਪੂਰ ਜੋ ਹੁਸ਼ਿਆਰ ਹੈ ਜਲੰਧਰ ਰਹਿੰਦਾ ਹੈ, ਨਵੇਂ ਤੋਂ ਨਵਾਂ ਸ਼ਹਿਰ ਜੀ, ਕਪੂਰ ਤੋਂ ਕਪੂਰਥਲਾ, ਹੁਸ਼ਿਆਰ ਤੋਂ ਹੁਸ਼ਿਆਰਪੁਰ ਅਤੇ ਜਲੰਧਰ ਤੋਂ ਜਲੰਧਰ। ਮਾਲਵੇ 'ਚ 14 ਜ਼ਿਲ੍ਹੇ ਕੰਸਿਸਟ ਕਰਦੇ ਆ। ਉਹਨੂੰ ਮੇਨਲੀ ਅਸੀਂ 4 ਪਾਰਟਾਂ 'ਚ ਵੰਡਿਆ ਕਿ 4 ਮੱਮੇ ਤੋਂ ਨੇ ਜ਼ਿਲ੍ਹੇ, ਮਾਨਸਾ, ਮੋਹਾਲੀ, ਮੋਗਾ ਐਂਡ ਮੁਕਤਸਰ। 4 ਫੱਫੇ ਤੋਂ ਨੇ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਐਂਡ ਫਤਿਹਗੜ੍ਹ ਸਾਹਿਬ। 2 ਜ਼ਿਲ੍ਹੇ ਬੱਬੇ ਤੋਂ ਨੇ ਜੀ, ਬਠਿੰਡਾ ਐਂਡ ਬਰਨਾਲਾ। ਅੱਗੇ ਇੱਕ ਵਰਡ ਬਣਾਇਆ ਸਰੂਪ, ਸੰਗਰੂਰ, ਰੂਪਨਗਰ ਐਂਡ ਪਟਿਆਲਾ। ਅਤੇ ਲਾਸਟ ਇੱਕੋ ਹੀ ਜ਼ਿਲ੍ਹਾ ਰਹਿ ਗਿਆ ਜੀ, ਉਹ ਹੈਗਾ ਲੁਧਿਆਣਾ। ਅੱਗੇ ਜੋ ਮੋਸਟਲੀ ਸਟੂਡੈਂਟ ਕੀ ਕਰਦੇ ਨੇ, ਰਿਵਰ ਦੇ ਨੇਮ ਤਾਂ ਪਤਾ ਹੁੰਦੇ ਏਂਸ਼ੀਅੰਟ, ਬਟ ਉਹਨਾਂ ਨੂੰ ਗਰੀਕ ਨੇਮਸ ਨਹੀਂ ਪਤਾ ਹੁੰਦੇ, ਠੀਕ ਹੈ। ਤਾਂ ਉਹਦੇ ਵਾਸਤੇ ਇੱਕ ਛੋਟਾ ਜਿਹਾ ਟੇਬਲ ਬਣਾਇਆ ਗਿਆ ਉਹਨਾਂ ਦੀ ਹੈਲਪ ਲਈ। ਜਿਵੇਂ ਜੇਲਬ ਦਾ ਏਂਸ਼ੀਅੰਟ ਨੇਮ ਆ ਵਿਤਾਸਾ, ਅਤੇ ਇਹਦਾ ਗਰੀਕ ਨੇਮ ਆ ਹੈਡਪਸ। ਇਹਨੂੰ ਕਹਿੰਦੇ ਸਿਕੰਦਰ ਜਾਂ ਪੋਸ ਦੀ ਜਿਹੜੀ ਲੜਾਈ ਹੋਈ ਆ 326 ਈਸਾ ਪੂਰਵ, ਉਹ ਵੀ ਕੀ ਆ ਇਸੇ ਦੇ ਕੰਢੇ 'ਤੇ ਹੋਈ ਆ। ਅੱਗੇ ਚਨਾਬ ਜੀ, ਚਨਾਬ ਦਾ ਏਂਸ਼ੀਅੰਟ ਨੇਮ ਆ ਅਸਕਿਨੀ ਅਤੇ ਗਰੀਕ ਨੇਮ ਆ ਐਸੈਂਸ। ਅੱਗੇ ਹੈਗੀ ਰਾਵੀ, ਰਾਵੀ ਦਾ ਏਂਸ਼ੀਅੰਟ ਨੇਮ ਆ ਪਰੁਸ਼ਨੀ ਅਤੇ ਗਰੀਕ ਨੇਮ ਆ ਐਰਾਵਤੀ। ਬਿਆਸ, ਬਿਆਸ ਦਾ ਏਂਸ਼ੀਅੰਟ ਨੇਮ ਆ ਜੀ ਬਿਪਾਸਾ ਅਤੇ ਗਰੀਕ ਨੇਮ ਆ ਹਾਈਪਸਿਸ। ਅੱਗੇ ਹੈਗੇ ਸਤਲੁਜ, ਸਤਲੁਜ ਦਾ ਏਂਸ਼ੀਅੰਟ ਨੇਮ ਆ ਸਤੁਤਰੀ ਅਤੇ ਗਰੀਕ ਨੇਮ ਆ ਹਾਈਡਰੋਸ। ਧੰਨਵਾਦ। ਕਮੈਂਟ ਕਰਦੇ ਰਹੋ, ਸ਼ੇਅਰ ਕਰਦੇ ਰਹੋ ਅਤੇ ਰਿਵਿਊਜ਼ ਦੇ ਲਈ ਕਮੈਂਟ ਸੈਕਸ਼ਨ ਨੂੰ ਭਰ ਦਿਓ। ਓਕੇ, ਥੈਂਕ ਯੂ ਐਂਡ ਵੀ ਵਿਲ ਕੰਟੀਨਿਊ ਦਾ ਸੀਰੀਜ਼।